ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਐਤਵਾਰ ਵਾਲੇ ਦਿਨ ਗੁਰਬਾਣੀ ਦੇ ਸਿਰਲੇਖ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਅੱਗੇ ਵਿਚਾਰ ਤੋਰਾਂਗੇ। ਪਰ ਅੱਜ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਪਿਛਲੇ ਹਫ਼ਤੇ 18 ਤਰੀਕ ਸੋਮਵਾਰ ਵਾਲੇ ਦਿਨ 2 ਗੁਰਪੁਰਬ ਸਨ। ਪ੍ਰਕਾਸ਼ ਪਾਤਸ਼ਾਹੀ ਦੂਜੀ ਅਤੇ 9ਵੀਂ। ਸੋ ਆਪਾਂ ਥੋੜ੍ਹੀ ਜਿਹੀ ਵਿਚਾਰ ਇਹਨਾਂ ਦਿਨਾਂ 'ਤੇ ਕਰਕੇ ਫਿਰ ਅੱਗੇ ਵਿਚਾਰ ਪ੍ਰਾਰੰਭ ਕਰਦੇ ਹਾਂ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਦਾ ਪ੍ਰਕਾਸ਼ ਯਾਨੀ ਜਨਮ 31 ਮਾਰਚ 1504 ਈਸਵੀ ਨੂੰ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਸ਼੍ਰੀ ਫੇਰੂਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਸੀ। ਉਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸਤੰਬਰ 1539 ਈਸਵੀ ਵਿੱਚ ਪ੍ਰਾਪਤ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਜੋਤੀ ਜੋਤ ਸਮਾ ਜਾਣ ਦਾ ਸਮਾਂ ਨੇੜੇ ਜਾਣ ਕੇ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ ਕੇ ਉਹਨਾਂ ਨੂੰ ਆਪਣੇ ਅੰਗ ਨਾਲ, ਆਪਣੇ ਗਲੇ ਨਾਲ ਲਗਾ ਕੇ ਅੰਗਦ ਬਣਾਇਆ ਸੀ। ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ ਸਨ 1552 ਈਸਵੀ ਵਿੱਚ। ਉਹਨਾਂ ਨੇ 13 ਸਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਸੀ। ਉਹਨਾਂ ਦੇ ਜੀਵਨ ਵਿੱਚ ਜੋ ਉਹਨਾਂ ਦਾ ਗੁਰਿਆਈ ਕਾਲ ਹੈ, ਉਸ ਵਿੱਚ 2 ਚੀਜ਼ਾਂ ਵਧੇਰੇ ਕਰਕੇ ਸਾਹਮਣੇ ਆਉਂਦੀਆਂ ਨੇ। ਐਜੂਕੇਸ਼ਨ ਤੇ ਹੈਲਥ, ਯਾਨੀ ਵਿੱਦਿਆ ਤੇ ਸਿਹਤ। ਉਹਨਾਂ ਨੇ ਆਪਣੇ ਹੱਥੀਂ ਗੁਰਮੁਖੀ ਦੇ ਕਾਇਦੇ ਲਿਖੇ ਤੇ ਪੜ੍ਹਨ ਵਾਲਿਆਂ ਨੂੰ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ। ਕੇਵਲ ਗੁਰਮੁਖੀ ਅੱਖਰ ਹੀ ਨਹੀਂ ਪੜ੍ਹਾਏ, ਸਗੋਂ ਉਹਨਾਂ ਨੂੰ ਉਹ ਉੱਚ ਪਾਏ ਦੀ ਵਿੱਦਿਆ ਪੜ੍ਹਾ ਦਿੱਤੀ, ਜਿਸ ਵਿੱਦਿਆ ਨੂੰ ਪਾ ਕੇ ਮਨੁੱਖ ਮਾਨਸ ਤੋਂ ਦੇਵਤਾ ਬਣ ਜਾਂਦਾ ਹੈ। ਉਹਨਾਂ ਨੇ ਸਾਨੂੰ ਵਿੱਦਿਆ ਦੀ ਦਾਤ ਦੇ ਕੇ ਆਦਮੀਆਂ ਤੋਂ ਦੇਵਤੇ ਬਣਾਇਆ। ਫਿਰ ਉਹਨਾਂ ਨੇ ਸਾਨੂੰ ਚੰਗੀ ਸਿਹਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮੱਲ ਅਖਾੜੇ ਸ਼ੁਰੂ ਕੀਤੇ ਸਨ। ਮੱਲ ਅਖਾੜਿਆਂ ਤੋਂ ਮਤਲਬ ਹੈ ਕੁਸ਼ਤੀ ਕਰਨੀ, ਵਰਜਿਸ਼ ਕਰਨੀ, ਕਬੱਡੀ ਖੇਡਣੀ, ਰੇਸ ਲਗਾਉਣੀ। ਇਹ ਸਾਰੇ ਕੰਮ ਗੁਰੂ ਅੰਗਦ ਦੇਵ ਮਹਾਰਾਜ ਆਪ ਬੱਚਿਆਂ ਦੇ ਨਾਲ ਹੋ ਕੇ, ਨੌਜਵਾਨਾਂ ਦੇ ਨਾਲ ਹੋ ਕੇ ਕਰਵਾਇਆ ਕਰਦੇ ਸਨ। ਉਹ ਇਹ ਗੱਲ ਸਮਝਦੇ ਸਨ ਕਿ ਇਕੱਲੀ ਵਿੱਦਿਆ
ਜੇ ਬੰਦੇ ਦਾ ਸਰੀਰ ਕਮਜ਼ੋਰ ਹੋਵੇ ਤੇ ਕਾਰਗਰ ਸਿੱਧ ਨਹੀਂ ਹੋ ਸਕਦੀ। ਵਿੱਦਿਆ ਦਾ ਪੂਰਾ ਤੇ ਸਹੀ ਇਸਤੇਮਾਲ ਮਨੁੱਖ ਤਾਂ ਹੀ ਕਰ ਸਕਦਾ ਹੈ ਜੇ ਉਹਦੇ ਸਰੀਰ ਵਿੱਚ ਸ਼ਕਤੀ ਹੋਵੇ, ਸਰੀਰ ਤਾਕਤਵਰ ਹੋਵੇ। ਤੇ ਸਰੀਰ ਨੂੰ ਤਾਕਤਵਰ ਰੱਖਣ ਲਈ ਉਹਨਾਂ ਨੇ ਲੰਗਰ ਦੇ ਅੰਦਰ ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਬਹੁਤ ਵਧੀਆ ਪੌਸ਼ਟਿਕ ਆਹਾਰ ਉਹਨਾਂ ਦੇ ਲੰਗਰ ਵਿੱਚ ਵਰਤਿਆ ਕਰਦਾ ਸੀ ਤੇ ਨਾਲ ਉਹ ਕਸਰਤਾਂ ਕਰਵਾਇਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਵਿੱਦਿਆ ਦੇ ਪੱਖੋਂ ਤੇ ਸਿਹਤ ਦੇ ਪੱਖੋਂ ਲੋਕਾਂ ਨੂੰ ਬਹੁਤ ਉੱਚਾ ਉਠਾਇਆ। ਸੋ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 18 ਅਪ੍ਰੈਲ ਨੂੰ ਸੀ, ਜਿਸ ਦੀ ਯਾਦ ਵਿੱਚ ਅੱਜ ਆਪਾਂ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਸਰਾ ਪੁਰਬ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਉਹਨਾਂ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਗੁਰੂ ਕੇ ਮਹਿਲ, ਯਾਨੀ ਗੁਰੂ ਕੇ ਮਹਿਲ ਉਹਨਾਂ ਦੇ ਘਰ ਦਾ ਨਾਮ ਸੀ, ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ ਸੀ। ਉਹਨਾਂ ਨੂੰ ਗੁਰਿਆਈ ਦੀ ਜ਼ਿੰਮੇਵਾਰੀ 30 ਮਾਰਚ 1664 ਨੂੰ ਪ੍ਰਾਪਤ ਹੋਈ ਸੀ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਏ ਸਨ ਤੇ ਉਹਨਾਂ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਲੀ ਤੋਂ ਬਾਬੇ ਬਕਾਲੇ ਸੁਨੇਹਾ ਭੇਜ ਦਿੱਤਾ ਸੀ ਕਿ ਸਾਡੇ ਤੋਂ ਬਾਅਦ 9ਵੇਂ ਗੁਰੂ ਬਾਬੇ ਬਕਾਲੇ ਵਿੱਚ ਬੈਠੇ ਨੇ ਤੇ ਤੁਸੀਂ ਇਹ ਸਾਡਾ ਸੁਨੇਹਾ ਉਹਨਾਂ ਤੱਕ ਪਹੁੰਚਾ ਦੇਣਾ। ਸੋ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੀ। ਉਹ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਹੋਏ ਸਨ ਜਾਂ ਕੀਤੇ ਗਏ ਸਨ। ਉਹਨਾਂ ਦੇ ਜੀਵਨ ਵਿੱਚੋਂ ਕੁਰਬਾਨੀ ਦਾ ਜਜ਼ਬਾ ਸਾਡੇ ਸਾਹਮਣੇ ਆਉਂਦਾ ਹੈ। ਕੁਰਬਾਨੀ ਦਾ ਮਤਲਬ ਹੁੰਦਾ ਹੈ ਕਿਸੇ ਦੂਸਰੇ ਦੇ ਹਿੱਤ ਵਾਸਤੇ ਆਪਣਾ ਆਪਾ ਕੁਰਬਾਨ ਕਰਨਾ, ਜਾਂ ਕਿਸੇ ਬਹੁਤ ਵੱਡੇ ਕਾਰਜ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਗਾ ਦੇਣੀ, ਤੇ ਕਾਰਜ ਉਹ ਜਿਹੜਾ ਲੋਕ ਭਲਾਈ ਵਾਸਤੇ ਹੋਵੇ। ਸੋ ਆਪਾਂ ਨੂੰ ਸਾਰੀ ਮਾਨਵਤਾ ਨੂੰ ਇਹ ਅੱਜ ਪਤਾ ਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜਨਿਉ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ। ਉਹ ਤਿਲਕ ਤੇ ਜਨਿਉ ਦੀ ਰਾਖੀ ਵਾਸਤੇ ਦਿੱਲੀ ਦੇ ਅੰਦਰ ਸ਼ਹੀਦ ਹੋਏ ਸਨ। ਸੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਕੁਰਬਾਨੀ ਦਾ ਜਾਂ ਸ਼ਹਾਦਤ ਦਾ ਜਜ਼ਬਾ ਸਾਹਮਣੇ ਆਉਂਦਾ ਹੈ। ਸ਼ਹਾਦਤ ਦੇ ਤੇ ਕੁਰਬਾਨੀ ਦੇ ਜਿਹੜੇ ਅਰਥ ਨੇ ਉਹ ਕੋਈ ਵੱਖਰੇ ਨਹੀਂ ਹਨ। ਕੁਰਬਾਨੀ ਗੁਰਮੁਖੀ ਦਾ ਸ਼ਬਦ ਹੈ ਤੇ ਸ਼ਹਾਦਤ ਜਿਹੜਾ ਹੈ ਇਹ ਅਰਬੀ ਫਾਰਸੀ ਚੋਂ ਆਇਆ ਹੋਇਆ ਸ਼ਬਦ ਹੈ। ਸ਼ਹਾਦਤ ਦਾ ਮਤਲਬ ਵੀ ਹੁੰਦਾ ਹੈ ਗਵਾਹੀ ਭਰਨਾ, ਸੱਚ ਦਾ ਪੱਲਾ ਫੜਨਾ, ਸੱਚ ਦੀ ਆਵਾਜ਼ ਬੁਲੰਦ ਕਰਨਾ। ਇਹੋ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀਤਾ ਸੀ ਤੇ ਉਹਨਾਂ ਨੂੰ ਸ਼ਹੀਦ ਆਖਿਆ ਜਾਂਦਾ। ਸ਼ਹਾਦਤ ਦੇਣ ਵਾਲੇ ਨੂੰ ਸ਼ਹੀਦ ਕਹਿੰਦੇ ਨੇ। ਉਹਨਾਂ ਨੇ ਸ਼ਹਾਦਤ ਕੀ ਦਿੱਤੀ? ਔਰੰਗਜ਼ੇਬ ਦੇ ਦਰਬਾਰ ਵਿੱਚ ਇਹ ਗੱਲ ਪਹੁੰਚਾਈ ਕਿ ਹਰ ਮਨੁੱਖ ਨੂੰ ਆਪਣੇ ਧਾਰਮਿਕ ਅਕੀਦੇ ਮੁਤਾਬਕ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਕਿਸੇ ਵੀ ਮਨੁੱਖ ਕੋਲੋਂ ਉਸ ਦਾ ਧਾਰਮਿਕ ਅਧਿਕਾਰ ਨਹੀਂ ਖੋਇਆ ਜਾਣਾ ਚਾਹੀਦਾ। ਜੇ ਕੋਈ ਜਨਿਉ ਪਾ ਕੇ ਤਿਲਕ ਲਾ ਕੇ ਆਪਣੀ ਧਾਰਮਿਕ ਰਹੁ ਰੀਤੀ ਨੂੰ ਨਿਭਾਉਣਾ ਚਾਹੁੰਦਾ ਹੈ ਤੇ ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਆਪਾਂ ਨੂੰ ਇਹ ਪਤਾ ਹੈ
ਕਿ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਦੀ 9 ਕੁ ਸਾਲਾਂ ਦੀ ਹੀ ਉਮਰ ਸੀ ਜਦੋਂ ਉਹਨਾਂ ਨੂੰ ਜਨੇਊ ਪਹਿਨਾਇਆ ਜਾਣਾ ਸੀ। ਉਹਨਾਂ ਨੇ ਜਵਾਬ ਦੇ ਦਿੱਤਾ ਕਿ ਮੈਂ ਇਸ ਜਨੇਊ ਨੂੰ ਧਾਰਨ ਨਹੀਂ ਕਰਨਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸੇ ਹੀ ਜਨੇਊ ਦੀ ਖਾਤਰ ਆਪਣੀ ਸ਼ਹਾਦਤ ਦਿੰਦੇ ਨੇ, ਜਿਹਦਾ ਮਤਲਬ ਬੜਾ ਹੀ ਸਪਸ਼ਟ ਹੈ ਕਿ ਇਹ ਜਿਹੜਾ ਸਾਡਾ ਧਾਰਮਿਕ ਅਕੀਦਾ ਹੁੰਦਾ, ਵਿਸ਼ਵਾਸ ਹੁੰਦਾ, ਜਿਹੜਾ ਇਹ ਨਾ ਤੇ ਕਿਸੇ ਉੱਤੇ ਜ਼ਬਰੀ ਠੋਸਿਆ ਜਾਣਾ ਚਾਹੀਦਾ ਕਿ ਤੂੰ ਜ਼ਰੂਰ ਹਿੰਦੂ ਬਣ, ਤੂੰ ਜ਼ਰੂਰ ਸਿੱਖ ਬਣ, ਜਾਂ ਤੂੰ ਜ਼ਰੂਰ ਮੁਸਲਿਮ ਬਣ। ਨਾ ਤੇ ਇਹ ਵਿਸ਼ਵਾਸ ਕਿਸੇ ਉੱਤੇ ਜ਼ਬਰਦਸਤੀ ਠੋਸਿਆ ਜਾਣਾ ਚਾਹੀਦਾ ਹੈ ਤੇ ਨਾ ਇਹ ਵਿਸ਼ਵਾਸ ਕਿਸੇ ਕੋਲੋਂ ਖੋਇਆ ਜਾਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੁਰਬਾਨੀ ਇਹ ਸਿੱਖਿਆ ਸਾਨੂੰ ਮਨੁੱਖਤਾ ਨੂੰ ਦਿੰਦੀ ਏ। ਅੱਜ ਸਮੁੱਚੀ ਮਨੁੱਖਤਾ ਦੇ ਅੰਦਰ ਧਰਮ ਦੀ ਗੱਲ ਹੋ ਰਹੀ ਏ, ਹਰ ਇੱਕ ਦੀ ਆਜ਼ਾਦੀ ਦੀ ਗੱਲ ਹੋ ਰਹੀ ਏ, ਪਰ ਅਸੀਂ ਦੁਨੀਆ ਦੇ ਵਿੱਚ ਵੇਖਦੇ ਹਾਂ ਕਿ ਅੱਜ ਇਸ ਚੱਲ ਰਹੇ ਸਮੇਂ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਧਾਰਮਿਕ ਵਿਸ਼ਵਾਸ ਦੇ ਮੁਤਾਬਕ ਜਿਉਣ ਦੀ ਆਜ਼ਾਦੀ ਨਹੀਂ। ਸੋ ਇਹ ਗੱਲ ਦੁਨੀਆ ਵਿੱਚੋਂ ਖਤਮ ਹੋਣੀ ਚਾਹੀਦੀ ਏ ਤੇ ਖਤਮ ਕਰਨਗੀਆਂ ਮੌਕੇ ਦੀਆਂ ਸਰਕਾਰਾਂ। ਉਹਨਾਂ ਸਭ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪਣੇ ਮੁਲਕ ਵਿੱਚ ਧਿਆਨ ਦੇਣ, ਜਿੱਥੇ ਕਿਸੇ ਨੂੰ ਧਾਰਮਿਕ ਪਹਿਲੂ ਤੋਂ ਖੱਜਲ ਖੁਆਰੀ ਹੁੰਦੀ ਏ ਉਸ ਨੂੰ ਠੀਕ ਕੀਤਾ ਜਾਏ। ਸੋ ਅੱਜ ਅਸੀਂ ਇਹ 2 ਪੁਰਬ ਜਿਹੜੇ ਨੇ 18 ਤਰੀਕ ਨੂੰ ਸਨ, ਉਹਨਾਂ ਦੀ ਯਾਦ ਵਿੱਚ ਜੁੜੇ ਹਾਂ। ਸ਼ੁੱਕਰਵਾਰ ਵਾਲੇ ਦਿਨ 22 ਤਰੀਕ ਨੂੰ ਅਰਥ ਡੇ ਸੀ। ਇੱਕ ਅਰਥ ਡੇ ਆਰਗੇਨਾਈਜੇਸ਼ਨ ਹੈਗੀ ਏ ਜਿਸ ਨੇ ਸੰਸਾਰ ਪੱਧਰ ਤੇ ਧਰਤੀ ਨੂੰ ਸ਼ੁੱਧ, ਸਾਫ਼, ਇਹਨੂੰ ਪ੍ਰਦੂਸ਼ਣ ਰਹਿਤ ਕਰਨ ਤੋਂ ਕਾਫੀ ਉਪਰਾਲਾ ਕੀਤਾ ਹੋਇਆ ਹੈ। ਉਹਨਾਂ ਦੇ ਨਾਲ ਮੈਂ ਪੜ੍ਹ ਰਿਹਾ ਸਾਂ ਕਿ ਤਕਰੀਬਨ 193 ਮੁਲਕਾਂ ਵਿੱਚੋਂ 1 ਅਰਬ ਦੇ ਲਗਭਗ ਲੋਕ ਇਸ ਸੰਸਥਾ ਨਾਲ ਜੁੜੇ ਨੇ, ਜਿਹੜੇ ਧਰਤੀ ਨੂੰ ਸਵੱਛ ਬਣਾਉਣ ਦਾ ਕਾਰਜ ਕਰ ਰਹੇ ਨੇ। ਤੇ ਸਵੱਛ ਬਣਾਉਣ ਦੇ ਕਾਰਜ ਵਿੱਚ 3-4 ਚੀਜ਼ਾਂ ਮੁੱਖ ਰੂਪ ਵਿੱਚ ਆਉਂਦੀਆਂ ਨੇ। ਇੱਕ ਤਾਂ ਜੰਗਲ ਦੀ ਕਟਾਈ ਨਾ ਕੀਤੀ ਜਾਵੇ ਤੇ ਵੱਧ ਤੋਂ ਵੱਧ ਰੁੱਖ ਉਗਾਏ ਜਾਣ। ਦੂਸਰਾ, ਜਿਵੇਂ ਅੱਜ ਹੁਣ ਯੂਕਰੇਨ ਵਿੱਚ ਰਸ਼ੀਆ ਕਰ ਰਿਹਾ ਹੈ, ਉਹ ਜਿੰਨੀ ਗੈਸ ਉੱਥੇ ਨਿਕਲ ਰਹੀ ਹੈ, ਜਿੰਨਾ ਮਸਾਲਾ ਉੱਥੇ ਫੂਕਿਆ ਜਾ ਰਿਹਾ ਹੈ, ਉਹ ਸਾਰਾ ਸਾਡੇ ਇਸ ਵਾਤਾਵਰਣ ਨੂੰ ਜ਼ਰੂਰ ਪ੍ਰਦੂਸ਼ਿਤ ਕਰੇਗਾ। ਕੇਵਲ ਯੂਕਰੇਨ ਨੂੰ ਹੀ ਨਹੀਂ, ਉਹਦਾ ਅਸਰ ਸਾਡੇ ਪੂਰੇ ਵਿਸ਼ਵ ਵਿੱਚ ਪੈਣ ਵਾਲਾ ਹੈ ਆਉਣ ਵਾਲੇ ਸਮੇਂ ਵਿੱਚ। ਇਹ ਚੀਜ਼ਾਂ ਸਾਨੂੰ ਬੰਦ ਕਰਨੀਆਂ ਚਾਹੀਦੀਆਂ ਨੇ। ਸਾਨੂੰ ਤਾਂ ਸਿਆਣੇ ਲੋਕ ਕਹਿੰਦੇ ਨੇ ਕਿ ਦੀਵਾਲੀ ਆਦਿਕ ਤੇ ਦਿਨਾਂ ਤੇ ਵੀ ਸਾਨੂੰ ਜਿਹੜਾ ਅਸੀਂ ਪਟਾਕੇ ਆਦਿਕ ਆਤਿਸ਼ਬਾਜ਼ੀ ਚਲਾਉਂਦੇ ਹਾਂ ਉਹ ਵੀ ਘੱਟ ਚਲਾਉਣੀ ਚਾਹੀਦੀ ਏ। ਜਿੰਨਾ ਘੱਟ ਪ੍ਰਦੂਸ਼ਣ ਫੈਲਾਇਆ ਜਾਏ ਓਨਾ ਹੀ ਸਾਡੀ ਧਰਤੀ ਸਵੱਛ ਤੇ ਸਾਫ਼ ਰਹਿ ਸਕਦੀ ਏ ਤੇ ਸਾਡਾ ਜੀਵਨ ਚੰਗਾ ਗੁਜ਼ਰ ਸਕਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਧਰਤੀ ਨੂੰ ਮਾਤਾ ਕਹਿ ਕੇ ਇਹਦਾ ਸਤਿਕਾਰ ਕੀਤਾ ਹੋਇਆ ਹੈ। ਅਸੀਂ ਇਹ ਗੱਲ ਸਮਝ ਸਕਦੇ ਹਾਂ ਕਿ ਅਸੀਂ ਮਾਤਾ ਤੋਂ ਹੀ ਸਾਰੇ ਪੈਦਾ ਹੁੰਦੇ ਹਾਂ। ਧਰਤੀ ਸਾਡੀ ਮਾਂ ਕਿਉਂ ਆਖੀ ਗਈ? ਕਿਉਂਕਿ ਅਸੀਂ ਸਾਰੇ ਅਸਲ ਵਿੱਚ ਧਰਤੀ ਤੋਂ ਹੀ ਪੈਦਾ ਹੋਏ ਹਾਂ। ਗੁਰੂ ਮਹਾਰਾਜ ਨੇ ਸਾਡੇ ਪੈਦਾ ਹੋਣ ਦਾ ਜਿਹੜਾ ਸਬੱਬ ਬਣਦਾ ਉਹਦੀ ਗੱਲ ਕੀਤੀ ਏ। ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਇਹ ਦੋਵੇਂ ਚੀਜ਼ਾਂ ਭੋਜਨ ਤੋਂ ਬਣਦੀਆਂ ਨੇ। ਭੋਜਨ ਕਿੱਥੋਂ ਆਉਂਦਾ ਹੈ? ਭੋਜਨ ਸਾਨੂੰ ਧਰਤੀ ਮਾਂ ਦਿੰਦੀ ਏ। ਭੋਜਨ ਸਾਨੂੰ ਧਰਤੀ ਮਾਂ ਦਿੰਦੀ ਜਿਸ ਤੋਂ ਮਨੁੱਖੀ ਜੀਵਨ ਪ੍ਰਾਰੰਭ ਹੁੰਦਾ ਹੈ ਤੇ ਜੀਵਨ ਪਰਯੰਤ
ਇਸ ਸਰੀਰ ਦੀ ਪਾਲਣਾ ਵੀ ਅਸੀਂ ਸਾਡੀ ਧਰਤੀ ਮਾਂ ਹੀ ਕਰਦੀ ਏ। ਸਾਨੂੰ ਖਾਣ ਲਈ ਭੋਜਨ ਦਿੰਦੀ, ਜਿਹੜੇ ਸਾਨੂੰ ਪਹਿਨਣ ਲਈ ਵਸਤਰ ਮਿਲਦੇ ਨੇ, ਇਹ ਰੂਈ ਆਦਿਕ ਵੀ ਇਹਦੇ ਤੋਂ ਹੀ ਪੈਦਾ ਹੁੰਦੀ ਏ। ਅਸੀਂ ਸੋਹਣਿਆਂ ਘਰਾਂ ਵਿੱਚ ਰਹਿੰਦੇ ਹਾਂ, ਇਹ ਲੱਕੜੀ ਨਾਲ ਬਣਾਏ ਜਾਂਦੇ ਨੇ। ਉਹ ਲੱਕੜੀ ਵੀ ਸਾਨੂੰ ਧਰਤੀ ਮਾਂ ਹੀ ਦਿੰਦੀ ਏ। ਸਾਨੂੰ ਸਵੱਛ ਜਲ, ਸਵੱਛ ਵਾਯੂ, ਰਹਿਣ ਸਹਿਣ ਦੀਆਂ ਸਾਰੀਆਂ ਸਹੂਲਤਾਂ, ਖਾਣ ਪੀਣ ਲਈ ਹਰ ਪਦਾਰਥ ਸਾਨੂੰ ਧਰਤੀ ਤੋਂ ਮਿਲਦਾ ਹੈ। ਇਸ ਲਈ ਇਹ ਸਾਡੀ ਬਹੁਤ ਵੱਡੀ ਮਾਂ ਹੈ, ਸਭਨਾਂ ਦੀ ਸਾਂਝੀ ਮਾਂ ਹੈ। ਇਸ ਧਰਤੀ ਤੋਂ ਅਸੀਂ ਪੈਦਾ ਹੋਏ, ਅਸੀਂ ਤਕਰੀਬਨ 100 ਸਾਲ ਦੀ ਜ਼ਿੰਦਗੀ ਬਿਤਾਈ ਤੇ ਅਖੀਰ ਨੂੰ ਫਿਰ ਧਰਤੀ ਮਾਂ ਦੀ ਗੋਦ ਵਿੱਚ ਹੀ ਸਮਾ ਜਾਂਦੇ ਹਾਂ। ਇਹ ਸਰੀਰਕ ਪੱਧਰ ਤੇ ਮੈਂ ਗੱਲ ਕਰਦਾ। ਆਤਮਾ ਕਿਸੇ ਹੋਰ ਬ੍ਰਹਿਮੰਡ ਦੀ ਨਿਵਾਸੀ ਏ, ਉੱਥੋਂ ਆਉਂਦੀ ਏ ਤੇ ਉੱਥੇ ਵਾਪਸ ਚਲੀ ਜਾਂਦੀ ਏ। ਸਰੀਰ ਇਸ ਧਰਤੀ ਤੋਂ ਪੈਦਾ ਹੁੰਦਾ ਹੈ ਤੇ ਜ਼ਿੰਦਗੀ ਜੀ ਕੇ ਇਹਦੀ ਗੋਦ ਵਿੱਚ ਹੀ ਆਖਰ ਲੀਨ ਹੋ ਜਾਂਦਾ ਹੈ। ਸੋ ਸਾਨੂੰ ਧਰਤੀ ਮਾਂ ਦਾ ਬਹੁਤ ਬਹੁਤ ਵੱਡਾ ਸਤਿਕਾਰ ਤੇ ਸਨਮਾਨ ਕਰਨਾ ਚਾਹੀਦਾ ਹੈ। ਅੱਜ ਦੇ ਦਿਹਾੜੇ ਯਾਨੀ 22 ਅਪ੍ਰੈਲ ਤੋਂ ਸਾਨੂੰ ਇਹ ਹਮੇਸ਼ਾ ਸਿੱਖਿਆ ਲੈਣੀ ਚਾਹੀਦੀ ਏ। ਇਹ ਦਿਨ ਪਹਿਲੀ ਵਾਰੀ 1970 ਵਿੱਚ ਮਨਾਉਣਾ ਪ੍ਰਾਰੰਭ ਹੋਇਆ ਸੀ। ਉਦੋਂ ਤੋਂ ਲੋਕ ਮਨਾਉਂਦੇ ਆ ਰਹੇ ਨੇ, ਪਰ ਹੌਲੀ ਹੌਲੀ ਜਾਗ੍ਰਿਤੀ ਲੋਕਾਂ ਵਿੱਚ ਵੱਧ ਰਹੀ ਏ। ਸਾਨੂੰ ਸਭਨਾਂ ਨੂੰ ਚਾਹੀਦਾ ਕਿ ਅਸੀਂ ਜਿੰਨਾ ਕਿ ਇਸ ਕੰਮ ਵਿੱਚ ਯੋਗਦਾਨ ਪਾ ਸਕੀਏ ਪਾਈਏ। ਧਰਤੀ ਦੀ ਸਵੱਛਤਾ ਲਈ, ਇਸ ਦੀ ਸਫਾਈ ਲਈ, ਇਹਦੇ ਉੱਤੇ ਰੁੱਖ ਲਗਾਉਣ ਲਈ, ਇਸ ਨੂੰ ਸੁੰਦਰ ਬਣਾਉਣ ਲਈ ਜੋ ਕੰਮ ਆਪਾਂ ਕਰ ਸਕਦੇ ਹਾਂ ਆਪਣੇ ਪੱਧਰ 'ਤੇ, ਆਪਾਂ ਨੂੰ ਉਹ ਜ਼ਰੂਰ ਬਰ ਜ਼ਰੂਰ ਕਰਨਾ ਚਾਹੀਦਾ ਹੈ। ਸੋ ਆਓ ਹੁਣ ਆਪਾਂ ਅੱਜ ਦੇ ਵਿਚਾਰ ਸ਼ੁਰੂ ਕਰਦੇ ਹਾਂ। ਜਿਵੇਂ ਆਪਾਂ ਸਿਰਲੇਖਾਂ ਦੀ ਗੱਲ ਕਰ ਰਹੇ ਹਾਂ, ਤੇ ਬਸੰਤ ਰਾਗ ਤੋਂ ਅਗਲਾ ਜਿਹੜਾ ਸਿਰਲੇਖ ਹੈ ਉਹ ਹੈ ਰਾਗ ਸਾਰੰਗ। ਇਹ ਜਿਹੜਾ ਸਾਰੰਗ ਰਾਗ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ 26ਵਾਂ ਰਾਗ ਹੈ ਤੇ ਇਹਦੇ ਗਾਉਣ ਦਾ ਜਿਹੜਾ ਵੇਲਾ ਹੈ ਉਹ ਵਿਦਵਾਨਾਂ ਨੇ ਦੁਪਹਿਰ ਦਾ ਲਿਖਿਆ ਹੋਇਆ ਹੈ। ਤੇ ਸਾਰੰਗ ਦਾ ਮਤਲਬ ਹੁੰਦਾ ਹੈ ਸੋਹਣੇ ਰੰਗ ਵਿੱਚ ਰੰਗਿਆ ਹੋਇਆ। ਸੋ ਜੇ ਸਾਰੰਗ ਰਾਗ ਵਕਤ ਨਾਲ ਰਾਗੀ ਸਿੰਘ ਠੀਕ ਢੰਗ ਨਾਲ ਗਾਉਣ ਤੇ ਸਾਡੇ ਮਨ ਉੱਤੇ ਇਸ ਦੇ ਪਿਆਰ ਰੰਗ ਦਾ ਅਸਰ ਬੜੀ ਆਸਾਨੀ ਨਾਲ ਚੜ ਸਕਦਾ ਹੈ। ਸੋਹਣੇ ਰੰਗ ਵਿੱਚ ਸਾਡਾ ਮਨ ਰੰਗਿਆ ਜਾ ਸਕਦਾ, ਯਾਨੀ ਪ੍ਰਭੂ ਦੀ ਭਗਤੀ ਵਿੱਚ ਸਾਡਾ ਮਨ ਰੰਗਿਆ ਜਾ ਸਕਦਾ ਹੈ ਜੇ ਸਾਰੰਗ ਰਾਗ ਨੂੰ ਅਸੀਂ ਗੁਰੂ ਕੀ ਬਾਣੀ ਸਾਰੰਗ ਰਾਗ ਵਿੱਚ ਪਾ ਕੇ ਗਾਈਏ ਤਾਂ। ਇਸ ਸਾਰੰਗ ਰਾਗ ਦੇ ਅੰਦਰ ਇੱਕ ਵਾਰ ਹੈ ਜਿਸ ਦੇ ਉੱਤੇ ਸਿਰਲੇਖ ਹੈ ਰਾਏ ਮਹਿਮੇ ਹੱਸਨੇ ਕੀ ਧੁਨ। ਆਪਾਂ ਪਿੱਛੇ ਜੇ ਗੱਲ ਸਮਝੀ ਸੀ ਕਿ ਜਿਹੜੀਆਂ ਵਾਰਾਂ ਨੇ 22 ਵਾਰਾਂ ਨੇ ਗੁਰੂ ਸਾਹਿਬ ਦੇ ਬਾਣੀ ਦੇ ਅੰਦਰ, ਉਹਨਾਂ ਵਿੱਚੋਂ ਕੁਝ ਵਾਰਾਂ ਨੂੰ ਛੱਡ ਕੇ ਬਾਕੀ ਵਾਰਾਂ ਦੇ ਉੱਤੇ ਧੁਨੀਆਂ ਗੁਰੂ ਸਾਹਿਬ ਨੇ ਆਪ ਦਰਜ ਕੀਤੀਆਂ ਹੋਈਆਂ ਨੇ। ਸੋ ਇਸ ਵਾਰ ਦਾ ਜਿਹੜਾ ਗਾਇਨ ਹੋਏਗਾ ਤੇ ਸਾਰੰਗ ਰਾਗ ਦੇ ਅੰਦਰ, ਪਰ ਜਿਹੜੀ ਵਾਰ ਏ ਉਹਦੇ ਉੱਤੇ ਧੁਨੀ ਜਿਹੜੀ ਏ ਜਿਸ ਲਹਿਜੇ ਵਿੱਚ ਉਹਨੂੰ ਗਾਉਣਾ ਹੈ ਉਹ ਰਾਏ ਮਹਿਮੇ ਹੱਸਨੇ ਕੀ ਧੁਨੀ। ਇੱਕ ਵਾਰ ਗਾਵੀ ਸੀ ਢਾਡੀ ਜਥੇ ਨੇ ਉਸ ਵਕਤ ਜਦੋਂ ਰਾਏ ਮਹਿਮੇ ਹੁਣੀ ਹੋਏ ਸਨ। ਉਸ ਦੀ ਪੌੜੀ ਅੱਜ ਵੀ ਮੌਜੂਦ ਏ ਤੇ ਉਹ ਮਹਾਨ ਕੋਸ਼ ਵਿੱਚ ਲਿਖੀ ਹੋਈ ਏ, ਤੁਸੀਂ ਚਾਹੋ ਤੇ ਪੜ੍ਹ ਸਕਦੇ ਹੋ। ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਇਹ ਮਹਿਮਾ ਤੇ ਹੱਸਣਾ ਕੌਣ ਨੇ। ਮਹਾਨ ਕੋਸ਼ ਦੇ ਲਿਖੇ ਮੁਤਾਬਕ ਇਹ ਦੋਵੇਂ ਜਣੇ ਰਾਜਪੂਤ ਭੱਟੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਕਾਂਗੜੇ ਦੇ ਇਲਾਕੇ ਦੇ ਰਹਿਣ ਵਾਲੇ ਨੇ। ਇਹ ਜਿਹੜਾ ਮਹਿਮਾ ਵੱਡਾ ਹੈ ਤੇ ਹੱਸਣਾ ਛੋਟਾ ਹੈ।
ਮਹਿਮਾ ਬੜਾ ਸਾਊ ਸੁਭਾਅ ਦਾ ਮਨੁੱਖ ਏ ਤੇ ਹੱਸਣਾ ਬੜਾ ਚਲਾਕ ਬੁੱਧੀ ਦਾ ਮਾਲਕ ਏ। ਇਹ ਜਿਹੜਾ ਹੱਸਣਾ ਏ ਇਹ ਅਕਬਰ ਦੇ ਦਰਬਾਰ ਵਿੱਚ ਨੌਕਰੀ ਕਰਦਾ ਹੈ। ਜਦੋਂ ਵੀ ਜਿਹੜਾ ਰਾਜ ਕਰ ਹੁੰਦਾ, ਟੈਕਸ ਜਿਹਨੂੰ ਅੱਜ ਕੱਲ੍ਹ ਆਪਾਂ ਕਹਿੰਦੇ ਆ, ਉਹ ਰਾਜ ਕਰ ਦੇਣ ਦਾ ਜਦੋਂ ਵਕਤ ਆਉਂਦਾ ਤੇ ਮਹਿਮਾ ਹੱਸਣੇ ਦੀ ਰਾਹੀਂ ਆਪਣਾ ਟੈਕਸ ਜਿਹੜਾ ਦਰਬਾਰ ਵਿੱਚ ਯਾਨੀ ਅਕਬਰ ਦੇ ਦਰਬਾਰ ਵਿੱਚ ਪਹੁੰਚਾਇਆ ਕਰਦਾ ਸੀ। ਇਹ ਹੱਸਣਾ ਬੜਾ ਚਲਾਕ ਸੀ। ਇਹ ਮਹਿਮੇ ਦਾ ਕਰ ਆਪਣੇ ਨਾਂ ਜਾ ਕੇ ਜਮ੍ਹਾਂ ਕਰਵਾ ਦਿੰਦਾ ਤੇ ਮਹਿਮੇ ਦਾ ਖਾਨਾ ਖਾਲੀ ਰਹਿ ਜਾਂਦਾ। ਆਖਰ ਇੱਕ ਵਕਤ ਆਇਆ, ਬਾਦਸ਼ਾਹ ਅਕਬਰ ਨੇ ਮਹਿਮੇ ਨੂੰ ਕੈਦ ਕਰ ਲਿਆ ਵੀ ਤੂੰ ਬੜੇ ਸਾਲ ਹੋ ਗਏ ਨੇ ਕਰ ਨਹੀਂ ਦਿੰਦਾ। ਜਦੋਂ ਕਿ ਉਹ ਭੇਜਦਾ ਰਿਹਾ ਤੇ ਹੱਸਣਾ ਆਪਣੇ ਨਾਂ ਜਮ੍ਹਾਂ ਕਰਾਉਂਦਾ ਰਿਹਾ। ਉਸ ਨੂੰ ਕੈਦ ਕਰ ਲਿਆ ਗਿਆ। ਕੁਝ ਸਮੇਂ ਬਾਅਦ ਇਹ ਗੱਲ ਸਾਹਮਣੇ ਆ ਗਈ ਕਿ ਇਹਦੇ ਵਿੱਚ ਇਹਦਾ ਮਹਿਮੇ ਦਾ ਕਸੂਰ ਨਹੀਂ, ਹੱਸਣੇ ਦਾ ਕਸੂਰ ਏ। ਬਾਦਸ਼ਾਹ ਅਕਬਰ ਨੇ ਮਹਿਮੇ ਨੂੰ ਫੌਜ ਦੇ ਕੇ ਹੱਸਣੇ ਨੂੰ ਗ੍ਰਿਫਤਾਰ ਕਰਕੇ ਲਿਆਉਣ ਵਾਸਤੇ ਆਖਿਆ। ਮਹਿਮਾ ਫੌਜ ਲੈ ਕੇ ਹੱਸਣੇ ਉੱਤੇ ਆਨ ਉਹਨੇ ਹਮਲਾ ਕੀਤਾ। ਹੱਸਣਾ ਫੜਿਆ ਗਿਆ। ਉਸ ਨੂੰ ਫੜ ਕੇ ਮਹਿਮੇ ਨੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕਰਨਾ ਸੀ, ਪਰ ਉਹ ਬੜੀ ਚਲਾਕ ਬੁੱਧੀ ਦਾ ਮਾਲਕ ਸੀ। ਉਹਨੇ ਬੜਾ ਮਾੜਾ ਜਿਹਾ ਮੂੰਹ ਬਣਾ ਕੇ ਤੇ ਮਹਿਮੇ ਦੇ ਪੈਰਾਂ ਵਿੱਚ ਡਿੱਗ ਕੇ ਬੇਨਤੀ ਕੀਤੀ ਕਿ ਤੂੰ ਮੈਨੂੰ ਬਖਸ਼ ਦੇ। ਮੈਂ ਸਾਰਾ ਕਰ ਜਿੰਨਾ ਵੀ ਅੱਜ ਤੱਕ ਤੇਰਾ ਭੇਜਿਆ ਹੋਇਆ ਆਪਣੇ ਨਾਂ ਜਮ੍ਹਾਂ ਕਰਾਉਂਦਾ ਰਿਹਾ, ਉਹ ਮੈਂ ਸਾਰੇ ਦਾ ਸਾਰਾ ਜਮ੍ਹਾਂ ਕਰਾ ਦਿਆਂਗਾ। ਤੇ ਜਿਹੜਾ ਮਹਿਮਾ ਹੈ ਬੜੇ ਸਾਊ ਸੁਭਾਅ ਦਾ, ਸਾਧੂ ਸੁਭਾਅ ਦਾ ਮਾਲਕ ਏ, ਇਸ ਨੇ ਉਸ ਨੂੰ ਮੁਆਫ ਕਰ ਦਿੱਤਾ, ਉਹਨੂੰ ਆਜ਼ਾਦ ਕਰ ਦਿੱਤਾ। ਇਹਦੀ ਇਹ ਜਿਹੜੀ ਬਹਾਦਰੀ, ਇੱਕ ਤਾਂ ਹੱਸਣੇ ਨੂੰ ਕੈਦ ਕਰ ਲੈਣਾ ਤੇ ਉਸ ਦੀ ਬੇਨਤੀ ਕਰਨ ਤੇ ਉਸ ਨੂੰ ਆਜ਼ਾਦ ਕਰ ਦੇਣਾ, ਇਹ ਜਿਹੜਾ ਹੁੰਦਾ ਹੈ ਨਾ ਕਿਸੇ ਨੂੰ ਮੁਆਫ ਕਰ ਦੇਣਾ, ਇਹ ਕਿਸੇ ਨੂੰ ਗ੍ਰਿਫਤਾਰ ਕਰਨ ਤੋਂ ਵੀ ਵੱਡਾ ਜਜ਼ਬਾ ਹੁੰਦਾ ਹੈ। ਔਰ ਬਹੁਤ ਵੱਡੇ ਹੌਸਲੇ ਵਾਲਾ ਬੰਦਾ ਕਿਸੇ ਆਪਣੇ ਸ਼ਤਰੂ ਨੂੰ ਆਜ਼ਾਦ ਕਰਦਾ ਹੈ। ਮਾੜਾ ਬੰਦਾ ਕਿਸੇ ਨੂੰ ਜਦੋਂ ਆਪਣੇ ਵੱਸ ਵਿੱਚ ਕਰ ਲਵੇ, ਆਪਣੀ ਕੈਦ ਵਿੱਚ ਜਾਂ ਆਪਣੀ ਗ੍ਰਿਫਤ ਵਿੱਚ ਲੈ ਲਵੇ, ਉਹਨੂੰ ਕਦੀ ਆਜ਼ਾਦ ਨਹੀਂ ਕਰਦਾ ਹੁੰਦਾ। ਉਹਨੂੰ ਪਤਾ ਹੁੰਦਾ ਹੈ ਕਿ ਆਜ਼ਾਦ ਹੋ ਕੇ ਫਿਰ ਇਹ ਮੇਰੇ ਤੇ ਹਮਲਾ ਕਰੇਗਾ। ਲੇਕਿਨ ਉਹ ਸਾਧੂ ਸੁਭਾਅ ਦਾ ਮਾਲਕ ਏ ਤੇ ਬੜੇ ਵੱਡੇ ਹੌਸਲੇ ਵਾਲਾ ਹੈ। ਉਸਨੇ ਉਸ ਨੂੰ ਆਜ਼ਾਦ ਕਰ ਦਿੱਤਾ ਤੇ ਉਸ ਦੀ ਇਸ ਬਹਾਦਰੀ ਦੀ ਜਿਹੜੀ ਵਾਰ ਹੈ ਉਹ ਢਾਡੀ ਲੋਕਾਂ ਨੇ, ਉਸ ਵਕਤ ਦੇ ਢਾਡੀ ਲੋਕਾਂ ਨੇ ਗਾਵੀ ਸੀ। ਤੇ ਗੁਰੂ ਸਾਹਿਬ ਨੇ ਉਸ ਵਾਰ ਦੀ ਪੌੜੀ ਨੂੰ ਧਿਆਨ 'ਚ ਰੱਖਦਿਆਂ ਇਸ ਵਾਰ ਨੂੰ ਗਾਇਨ ਕਰਨ ਦਾ ਆਦੇਸ਼ ਢਾਡੀ ਵੀਰਾਂ ਨੂੰ ਕੀਤਾ ਸੀ। ਇਹ ਜਿਹੜੀ ਵਾਰ ਏ, ਇਸ ਦਾ ਪਹਿਲਾ ਸ਼ਲੋਕ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਹੈ। ਆਪਾਂ ਉਸ ਸ਼ਲੋਕ ਤੇ ਥੋੜ੍ਹੀ ਵਿਚਾਰ ਕਰਨੀ ਹੈ। ਪੂਰਾ ਸ਼ਲੋਕ ਹੈ, ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ ਅਵਰ ਨਾ ਕੁੰਜੀ ਹੱਥ। ਸੋ ਆਪਾਂ ਇਸ ਪੂਰੇ ਸ਼ਲੋਕ ਨੂੰ ਸਮਝਣ ਦੀ ਤੇ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਗੱਲ ਅਸੀਂ ਵੇਖਣੀ ਹੈ ਕਿ ਗੁਰੂ ਜੀ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਸਾਡਾ ਮਨ ਹੈ ਇਹ ਇੱਕ ਕੋਠੇ ਦੀ ਤਰ੍ਹਾਂ ਹੈ। ਪੁਰਾਣੇ ਸਮੇਂ 'ਚ ਕੋਠਾ ਹੀ ਆਪਾਂ ਕਹਿੰਦੇ ਸਾਂ ਆਪਣੇ ਘਰ ਦੇ ਕਿਸੇ ਕਮਰੇ ਨੂੰ। ਅੱਜ ਕੱਲ੍ਹ ਆਪਾਂ ਕਮਰਾ ਕਹਿੰਦੇ ਆ ਜਾਂ ਰੂਮ ਆਖਣ ਲੱਗ ਪਏ ਆ। ਪੁਰਾਣੇ ਸਮੇਂ 'ਚ ਕੋਠਾ ਹੀ ਹੁੰਦਾ ਸੀ। ਕੋਠਾ ਕਿਹੜਾ? ਸਾਡਾ ਮਨ। ਕੋਠੇ ਵਿੱਚ ਯਾਨੀ ਆਪਣੇ ਕਮਰੇ ਵਿੱਚ ਆਪਾਂ ਆਪਣੀ ਮਰਜ਼ੀ ਮੁਤਾਬਕ ਸਾਜੋ ਸਮਾਨ ਰੱਖ ਸਕਦੇ ਹਾਂ। ਚਾਹੇ ਆਪਾਂ ਆਪਣੇ ਕਮਰੇ ਵਿੱਚ ਧਾਰਮਿਕ ਪੁਸਤਕਾਂ ਰੱਖ ਲਈਏ ਤੇ ਸਵੇਰੇ ਸ਼ਾਮ ਉਹਨਾਂ ਦਾ ਅਧਿਐਨ ਕਰੀਏ,
ਤੇ ਚਾਹੇ ਆਪਣੇ ਕਮਰੇ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਲਿਆ ਕੇ ਰੱਖ ਲਈਏ ਤੇ ਸਵੇਰੇ ਸ਼ਾਮ ਪੀ ਕੇ ਬੇਹੋਸ਼ ਹੋਈਏ, ਇਹ ਸਾਡੀ ਆਪਣੀ ਮਰਜ਼ੀ ਹੈ। ਚਾਹੇ ਅਸੀਂ ਆਪਣੇ ਕਮਰੇ ਵਿੱਚ ਬੈਠ ਕੇ ਸਮਾਧੀ ਲਗਾ ਕੇ ਬੈਠੀਏ, ਸਿਮਰਨ ਭਜਨ ਕਰੀਏ, ਤੇ ਚਾਹੇ ਆਪਣੇ ਕਮਰੇ 'ਚ ਅਸੀਂ ਵਿਕਾਰ ਭੋਗੀਏ, ਦੋਵੇਂ ਚੀਜ਼ਾਂ ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਆਪਣੇ ਘਰ ਦੇ ਕਮਰੇ ਵਿੱਚ ਅਸੀਂ ਬਹੁਤ ਚੰਗਾ ਸਾਜੋ ਸਮਾਨ ਵੀ ਭਰ ਸਕਦੇ ਹਾਂ ਤੇ ਅਸੀਂ ਉੱਥੇ ਕੂੜਾ ਕਬਾੜ ਵੀ ਇਕੱਠਾ ਕਰ ਸਕਦੇ ਹਾਂ। ਅਸੀਂ ਕਮਰੇ ਦੀ ਸਫਾਈ ਕਰਕੇ ਉਹਨੂੰ ਸਾਫ਼ ਸੁਥਰਾ ਹਵਾਦਾਰ ਵੀ ਰੱਖ ਸਕਦੇ ਹਾਂ ਤੇ ਅਸੀਂ ਉਹਦੇ ਵਿੱਚ ਗੰਦ ਵੀ ਪਾ ਸਕਦੇ ਹਾਂ। ਜੋ ਕਰਨਾ ਚਾਹੀਏ ਅਸੀਂ ਕਰ ਸਕਦੇ ਹਾਂ। ਮਨ ਇੱਕ ਕੋਠੇ ਦੀ ਤਰ੍ਹਾਂ ਹੈ। ਇਸ ਮਨ ਵਿੱਚ ਜੋ ਅਸੀਂ ਬਾਹਰੋਂ ਪਾ ਰਹੇ ਹਾਂ ਉਹ ਅੰਦਰ ਸਟੋਰ ਹੁੰਦਾ ਜਾ ਰਿਹਾ, ਸਾਡਾ ਕੋਠਾ ਭਰਦਾ ਜਾ ਰਿਹਾ ਉਸ ਸਮਾਨ ਦੇ ਨਾਲ। ਤੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਅਸੀਂ 80% ਮਨ ਦੇ ਵਿੱਚ ਜਿਹੜਾ ਸਮਾਨ ਭਰਦੇ ਹਾਂ ਉਹ ਅੱਖਾਂ ਰਾਹੀਂ ਭਰਦੇ ਹਾਂ। ਜੋ ਅਸੀਂ ਬਾਹਰ ਵੇਖਦੇ ਹਾਂ, ਚੰਗਾ ਵੀ ਨਾ ਚੰਗਾ ਵੀ, ਵੇਖਣ ਯੋਗ ਵੀ ਵੇਖਣ ਨਾ ਯੋਗ ਵੀ, ਅਸੀਂ ਉਹ ਸਾਜੋ ਸਮਾਨ ਆਪਣੇ ਮਨ ਵਿੱਚ ਭਰਦੇ ਰਹਿੰਦੇ ਹਾਂ। ਸੋ ਜਿਹੋ ਜਿਹਾ ਅਸੀਂ ਸਮਾਨ ਭਰਾਂਗੇ ਆਪਣੇ ਮਨ ਰੂਪ ਕੋਠੇ ਵਿੱਚ, ਉਹੋ ਜਿਹਾ ਹੀ ਅਸੀਂ ਬਾਹਰ ਕੱਢਾਂਗੇ ਜਾਂ ਉਹੋ ਜਿਹਾ ਹੀ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ। ਗੁਰੂ ਮਹਾਰਾਜ ਨੇ ਬਚਨ ਲਿਖੇ ਨੇ, ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ। ਜੋ ਅਸੀਂ ਇਹਦੇ ਵਿੱਚ ਪਾਇਆ ਆਖਰ ਉਹੋ ਹੀ ਨਿਕਲਣਾ ਹੈ। ਤੇ ਸਾਨੂੰ ਚਾਹੀਦਾ ਅਸੀਂ ਚੰਗੀਆਂ ਚੀਜ਼ਾਂ ਪਾਈਏ। ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪਾਉਣ ਦੀ ਬਜਾਏ ਅਸੀਂ ਇਹਦੇ ਵਿੱਚ ਦਇਆ ਪਾਈਏ, ਇਹਦੇ ਵਿੱਚ ਸਿਮਰਨ ਪਾਈਏ, ਇਹਦੇ ਵਿੱਚ ਸਤ ਸੰਤੋਖ ਪਾਈਏ, ਇਹਦੇ ਵਿੱਚ ਚੰਗੇ ਗੁਣ ਭਰੀਏ ਤੇ ਉਹ ਚੰਗੇ ਗੁਣ ਨਿਕਲਣਗੇ ਤੇ ਸਾਡਾ ਜੀਵਨ ਚੰਗਾ ਬਣੇਗਾ। ਅਸੀਂ ਆਪਣੇ ਮਨ ਰੂਪ ਕੋਠੇ ਨੂੰ ਸ਼ੁਭ ਗੁਣਾਂ ਦੇ ਨਾਲ ਭਰਨਾ ਹੈ। ਇਸ ਮਨ ਰੂਪ ਕੋਠੇ ਦੇ ਉੱਤੇ ਜਿਹੜਾ ਸਾਡਾ ਤਨ ਹੈ, ਸਰੀਰ ਜਿਸ ਨੂੰ ਆਪਾਂ ਕਹਿੰਦੇ ਹਾਂ, ਗੁਰੂ ਸਾਹਿਬ ਕਹਿੰਦੇ ਨੇ ਇਹ ਛੱਤ ਪਾਈ ਹੋਈ ਹੈ ਪਰਮਾਤਮਾ ਨੇ। ਜਿਵੇਂ ਛੱਤ ਤੋਂ ਬਿਨਾਂ ਕੋਠਾ ਕਿਸੇ ਵੀ ਕੰਮ ਨਹੀਂ ਆ ਸਕਦਾ, ਇਸੇ ਤਰ੍ਹਾਂ ਮਨ ਸਾਡੇ ਅੰਦਰ ਦਾ ਇੱਕ ਟਿਕਾਣਾ ਹੈ ਜਿਹਦੇ ਉੱਤੇ ਛੱਤ ਪਾਈ ਹੈ ਪਰਮੇਸ਼ਵਰ ਨੇ, ਉਹ ਹੈ ਸਾਡਾ ਸਰੀਰ। ਸਾਨੂੰ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਇਹ ਜਿਹੜਾ ਸਾਡਾ ਸਰੀਰ ਹੈ, ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਇਸ ਸਾਡੇ ਸਰੀਰ ਰੂਪ ਮਕਾਨ ਦੀਆਂ ਜਿਹੜੀਆਂ ਦੀਵਾਰਾਂ ਨੇ ਉਹ ਪਾਣੀ ਦੀਆਂ ਬਣੀਆਂ ਹੋਈਆਂ ਨੇ। ਅਚਰਜ ਗੱਲਾਂ ਨੇ। ਸਾਡਾ ਸਰੀਰ ਜਿਹੜਾ 70 ਤੋਂ 80% ਪਾਣੀ ਹੈ ਤੇ ਗੁਰੂ ਮਹਾਰਾਜ ਆਖਦੇ ਨੇ ਜਲ ਕੀ ਭੀਤ, ਭੀਤ ਮੈਨੇ ਦੀਵਾਰ। ਇਹ ਜਿਹੜੀਆਂ ਸਾਡੀਆਂ ਸਰੀਰਕ ਦੀਵਾਰਾਂ ਨੇ ਪਾਣੀ ਦੀਆਂ ਬਣੀਆਂ ਹੋਈਆਂ ਨੇ। ਪਵਨ ਕਾ ਥੰਬਾ, ਆ ਜਿਹੜੇ 4 ਚੁਫੇਰੇ ਪਿੱਲਰ ਖੜੇ ਕੀਤੇ ਨੇ ਜਾਂ ਕਈ ਵਾਰੀ ਸੈਂਟਰ 'ਚ ਕੀਤੇ ਹੁੰਦੇ ਨੇ, ਪਵਨ ਕਾ ਥੰਬਾ। ਇਹ ਥੰਮੀਆਂ ਹਵਾ ਦੀਆਂ ਯਾਨੀ ਪ੍ਰਾਣਾਂ ਦੀਆਂ। ਪੁਰਾਣੇ ਸਮੇਂ ਜਦੋਂ ਆਪਾਂ ਸ਼ਤੀਰਾਂ ਵਾਲੇ ਘਰ ਬਣਾਉਂਦੇ ਸਾਂ ਤੇ ਉਹਦੇ ਥੱਲੇ ਇੱਕ ਥੰਮੀ ਦਿੰਦੇ ਸਾਂ। ਜੇ ਥੱਲਿਓਂ ਥੰਮੀ ਕੱਢ ਲਈ ਜਾਂਦੀ ਤੇ ਸ਼ਤੀਰ ਥੱਲੇ ਡਿੱਗ ਪੈਂਦੇ। ਪਰਮੇਸ਼ਵਰ ਨੇ ਸਾਡੇ ਸਰੀਰ ਨੂੰ ਇਹ ਪ੍ਰਾਣਾਂ ਦੀ ਥੰਮੀ ਦੇ ਕੇ ਥੰਮਿਆ ਹੋਇਆ, ਰੋਕਿਆ ਹੋਇਆ ਡਿੱਗਣ ਤੋਂ। ਜਿੱਦਣ ਇਹ ਪਾਣੀ ਦੀਆਂ ਦੀਵਾਰਾਂ ਜਿਹਦੇ ਉੱਤੇ ਛੱਤ ਪਾਈ ਹੋਈ ਏ, ਇਹਦੇ ਥੱਲਿਓਂ ਪ੍ਰਾਣਾਂ ਦੀ ਥੰਮੀ ਪਰਮੇਸ਼ਵਰ ਦੇ ਹੁਕਮ ਨਾਲ ਕੱਢ ਲਈ ਜਾਏਗੀ, ਉਸ ਦਿਨ ਇਹ ਮਕਾਨ ਡਿੱਗ ਪਵੇਗਾ। ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਅੱਜ ਕੱਲ੍ਹ ਤੇ ਆਪਾਂ ਮਸਾਲੇ ਲਾਉਂਦੇ ਹਾਂ, ਪੁਰਾਣੇ ਸਮੇਂ 'ਚ ਗਾਰਾ ਮਿੱਟੀ ਲਾ ਕੇ ਮਕਾਨ ਘਰ ਬਣਾਏ ਜਾਂਦੇ ਸਨ। ਰਕਤ ਤੇ ਬਿੰਦ, ਇਹ 2 ਚੀਜ਼ਾਂ ਲਾ ਕੇ ਗਾਰਾ ਬਣਾ ਕੇ ਉਹਨੂੰ ਲਾ ਕੇ ਤੇ ਲਿੰਬ ਪੋਚ ਕੇ ਇਹਨੂੰ ਖੜਾ ਕੀਤਾ ਗਿਆ। ਹਾਡ ਮਾਸ ਨਾੜੀ ਕੋ ਪਿੰਜਰ।
ਹੱਡੀਆਂ ਮਾਸ ਤੇ ਨਾੜੀਆਂ ਦਾ ਇੱਕ ਪਿੰਜਰਾ ਬਣਾਇਆ, ਪੰਖੀ ਬਸੇ ਵਿਚਾਰਾ, ਜਿਹਦੇ ਵਿੱਚ ਪਰਮੇਸ਼ਵਰ ਦਾ ਅੰਸ਼, ਆਤਮਾ ਦਾ ਨਿਵਾਸ ਹੈ। ਸੋ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਤਨ ਨੂੰ ਵੀ ਠੀਕ ਰੱਖੀਏ, ਇਸ ਦੀ ਸੰਭਾਲ ਕਰੀਏ, ਇਸ ਦੀ ਸੇਵਾ ਕਰੀਏ। ਗੁਰੂ ਮਹਾਰਾਜ ਨੇ ਆਖਿਆ, ਨਾਨਕ ਜਿਸ ਦੇਹੀ ਕੋ ਸਿਮਰੀਐ ਤਿਸ ਦੇਹੀ ਕੋ ਪਾਲ। ਜਿਸ ਦੇਹੀ ਨਾਲ, ਜਿਸ ਸਰੀਰ ਦੇ ਨਾਲ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰ ਸਕਦੇ ਹਾਂ, ਉਸ ਸਰੀਰ ਦੀ ਸਾਨੂੰ ਚੰਗੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ, ਉਸ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਆਪਣੇ ਘਰਾਂ ਦੀਆਂ ਛੱਤਾਂ ਹੁੰਦੀਆਂ ਸਨ ਪੁਰਾਣੇ ਸਮੇਂ, ਕੱਚਿਆਂ ਕੋਠਿਆਂ ਦੀਆਂ, ਉਹ ਹਰ ਸਾਲ ਲਿੰਬਣੀਆਂ ਪੈਂਦੀਆਂ ਸਨ, ਕੰਧਾਂ ਵੀ ਲਿਪੀ ਦੀਆਂ ਸਨ ਤੇ ਛੱਤਾਂ ਵੀ। ਜੇ ਨਾ ਲਿਪੀਏ ਤੇ ਉਹ ਪਾਣੀ ਚੋਣ ਲੱਗ ਪੈਂਦਾ ਸੀ, ਛੱਤ ਡਿੱਗ ਪੈਂਦੀ ਸੀ, ਦੀਵਾਰਾਂ ਢਹਿ ਜਾਂਦੀਆਂ ਸਨ। ਸੋ ਤਨ ਛੱਤ ਹੈ, ਇਹਦੀ ਵੀ ਸੇਵਾ ਸੰਭਾਲ ਸਾਨੂੰ ਕਰਨੀ ਬਣਦੀ ਏ। ਫਿਰ ਅੱਗੇ ਇਸ ਮਨ ਰੂਪ ਕੋਠੇ ਉੱਤੇ ਤਨ ਰੂਪ ਛੱਤ ਪਾ ਕੇ ਇਹਨੂੰ ਇੱਕ ਦਰਵਾਜ਼ਾ ਲਗਾਇਆ ਗਿਆ। ਮਨ ਕਾ ਤਾਕ ਉਸ ਨੂੰ ਕਹਿੰਦੇ ਨੇ। ਇਹ ਤਾਕ ਕਿਹੜਾ ਸਾਡੇ ਸਰੀਰ ਨੂੰ ਲੱਗਿਆ ਹੋਇਆ? ਗੁਰੂ ਸਾਹਿਬ ਨੇ ਆਖਿਆ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਉਹ ਦਰਵਾਜ਼ਾ ਬੰਦ ਏ ਜਿਹਨੂੰ 10ਵਾਂ ਦਰ ਕਹਿੰਦੇ ਨੇ। 9 ਖੋਲੇ ਨੇ, ਆਓ ਜਾਓ ਖੁਸ਼ੀ ਨਾਲ, ਕੋਈ ਨਹੀਂ ਰੋਕਦਾ। ਪਰ ਜਿਸ ਦਰਵਾਜ਼ੇ ਤੋਂ ਲੰਘ ਕੇ ਅਸੀਂ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਣਾ ਹੁੰਦਾ ਹੈ, ਜਾਂ ਸਾਡਾ ਮਨੁੱਖਾ ਜੀਵਨ ਸਫਲ ਹੋ ਜਾਣਾ ਹੁੰਦਾ ਹੈ, ਉਹ ਦਰਵਾਜ਼ਾ ਬੰਦ ਏ। ਉਹ ਹੈ ਮਨ ਕਾ ਤਾਕ, ਉਹ ਹੈ 10ਵਾਂ ਦੁਆਰ। ਕਈ ਵਿਦਵਾਨ ਇਸ ਨੂੰ ਤੀਸਰਾ ਨੇਤਰ ਵੀ ਆਖ ਦਿੰਦੇ ਨੇ। ਚਲੋ ਜਿਵੇਂ ਵੀ ਮੰਨ ਲਈਏ, ਇਸ ਮਨ ਕੇ ਤਾਕ ਨੂੰ ਇੱਕ ਤਾਲਾ ਲੱਗਿਆ ਹੋਇਆ। ਤਾਲਾ ਕਿਹੜਾ ਲੱਗਿਆ? ਪਾਹੂ ਨਿਵਲ। ਪਾਹੂ ਦਾ ਮਤਲਬ ਏ ਪਾਣ ਚੜਾਉਣੀ। ਜਿਵੇਂ ਆਪਾਂ ਨਾ ਪੁਰਾਣੇ ਸਮੇਂ 'ਚ ਕੱਪੜੇ ਨੂੰ ਰੰਗ ਦੇਣ ਤੋਂ ਪਹਿਲਾਂ ਉਹਦੇ ਤੇ ਇੱਕ ਪਾਹ ਚੜਾਈ ਜਾਂਦੀ ਸੀ, ਫਟਕੜੀ ਆਦਿਕ ਦੇ ਪਾਣੀ ਦੀ। ਕੋਰੇ ਰੰਗ ਨਾ ਹੋਏ, ਕੋਰੇ ਕੱਪੜੇ ਤੇ ਰੰਗ ਨਹੀਂ ਸੀ ਚੜ੍ਹਦਾ, ਉਹਨੂੰ ਪਹਿਲਾਂ ਉਹ ਪਾਹ ਦਿੰਦੇ, ਉਸ ਨੂੰ ਪਾਣ ਦਿੰਦੇ ਤੇ ਫਿਰ ਉਹਦੇ ਉੱਤੇ ਰੰਗ ਚੜਾਇਆ ਜਾਂਦਾ ਤੇ ਉਹ ਰੰਗ ਪੱਕਾ ਹੁੰਦਾ। ਗੁਰੂ ਮਹਾਰਾਜ ਨੇ ਲਿਖਿਆ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਸਾਡੇ ਸਰੀਰ ਦੀ ਗੱਲ ਕੀਤੀ ਹੈ ਕਿ ਸਾਡਾ ਸਰੀਰ ਰੂਪ ਜਿਹੜਾ ਇਹ ਕੱਪੜਾ ਹੈ ਨਾ, ਇਹ ਮਾਇਆ ਦੇ ਰੰਗ ਵਿੱਚ, ਯਾਨੀ ਮਾਇਆ ਦੀ ਪਾਹ ਚੜੀ ਹੋਈ ਹੈ, ਮਾਇਆ ਦੀ ਪਾਣ ਚੜੀ ਹੋਈ ਹੈ। ਇਸ ਨੂੰ ਆਪਾਂ ਵੇਖਦੇ ਹਾਂ, ਹੋਰ ਕੋਈ ਸੁੱਝਦਾ ਹੀ ਨਹੀਂ ਸਾਨੂੰ ਮਾਇਆ ਤੋਂ ਬਿਨਾਂ। ਜੇ ਮੈਂ ਕਥਾ ਕਰਦਾ ਤੇ ਮੈਨੂੰ ਇਹੋ ਹੀ ਹੈ ਕਿ ਕਿੰਨੀ ਮਾਇਆ ਮਿਲਣੀ ਹੈ। ਕੋਈ ਕੀਰਤਨ ਕਰਦਾ ਹੈ, ਕੋਈ ਪਾਠ ਕਰਦਾ ਹੈ, ਤੁਸੀਂ ਬਾਹਰ ਹੋਰ ਕੰਮ ਕਰਦੇ ਹੋ, ਇਹ ਵੀ ਕੰਮ ਇੱਕ ਜੌਬ ਹੀ ਹੈ। ਤੁਸੀਂ ਵੀ ਬਾਹਰ ਕੰਮ ਕਰਦੇ ਹੋ, ਇਹੋ ਹੀ ਧਿਆਨ 'ਚ ਹੁੰਦਾ ਵੀ ਮੇਰੇ 8 ਘੰਟੇ ਲੱਗ ਗਏ ਨੇ ਕਿ ਨਹੀਂ। ਜੇ ਅੱਜ ਮੇਰਾ 1 ਘੰਟਾ ਵੱਧ ਲੱਗ ਗਿਆ ਤੇ ਉਹਦੇ ਮੈਨੂੰ ਡਬਲ ਪੈਸੇ ਮਿਲਣੇ ਨੇ ਕਿ ਨਹੀਂ। ਧਿਆਨ ਤੇ ਭਈ ਮਾਇਆ ਵਿੱਚ ਹੀ ਹੈ ਨਾ ਹਰ ਇੱਕ ਬੰਦੇ ਦਾ। ਬਸ ਇਸੇ ਨੂੰ ਮਾਇਆ ਦੀ ਪਾਹ ਕਹਿੰਦੇ ਨੇ। ਇਹ ਸਾਡੇ ਮਨ ਰੂਪ ਉਹ ਜਿਹੜਾ ਤਾਕ ਹੈ ਨਾ, ਦਰਵਾਜ਼ਾ, ਉਸ ਨੂੰ ਤਾਲਾ ਲੱਗਿਆ ਹੋਇਆ। ਇਹ ਮਾਇਆ ਦੀ ਪਾਹ ਵਾਲਾ, ਮਾਇਆ ਦੇ ਪਿਆਰ ਵਾਲਾ ਆਖ ਲਓ, ਮਾਇਆ ਮਮਤਾ ਵਾਲਾ ਆਖ ਲਓ, ਇਹ ਉਸ ਨੂੰ ਤਾਲਾ ਲੱਗਿਆ ਹੋਇਆ ਹੈ। ਇਹ ਤਾਲਾ ਖੋਲ੍ਹਣ ਤੋਂ ਬਿਨਾਂ ਦਰਵਾਜ਼ਾ ਨਹੀਂ ਖੁੱਲ੍ਹਣਾ। ਦਰਵਾਜ਼ਾ ਖੁੱਲ੍ਹਣ ਤੋਂ ਬਿਨਾਂ ਅਸੀਂ ਅੰਦਰ ਪ੍ਰਵੇਸ਼ ਨਹੀਂ ਕਰ ਸਕਣਾ, ਤੇ ਅੰਦਰ ਪ੍ਰਵੇਸ਼ ਹੋਣ ਤੋਂ ਬਿਨਾਂ ਸਾਡਾ ਮਨੁੱਖਾ ਜੀਵਨ ਸਫਲ ਨਹੀਂ ਹੋ ਸਕਣਾ। ਜੇ ਅਸੀਂ 10ਵੇਂ ਦਰਵਾਜ਼ੇ ਵਿੱਚ ਇਸ ਮਨੁੱਖਾ ਜੀਵਨ ਦੇ ਸਮੇਂ ਵਿੱਚ ਪ੍ਰਵੇਸ਼ ਨਾ ਕਰ ਪਾਏ ਤੇ ਫਿਰ ਸਮਝ ਲੈਣਾ ਹੈ ਜਨਮ ਤੇ ਮਰਨ ਦਾ ਚੱਕਰ ਜਿਹੜਾ ਹੈ ਫਿਰ ਸਾਨੂੰ ਭੁਗਤਣਾ ਪਵੇਗਾ। ਇਹ ਤਾਲਾ ਕਿਵੇਂ ਖੁੱਲ੍ਹਣਾ ਹੈ? ਗੁਰੂ ਮਹਾਰਾਜ ਨੇ ਲਿਖਿਆ, ਗੁਰ ਕੁੰਜੀ। ਤਾਲਾ ਤੇ ਹਮੇਸ਼ਾ ਕੁੰਜੀ ਨਾਲ ਹੀ ਖੁੱਲ੍ਹਦਾ। ਚੋਰ ਵੈਸੇ ਭੰਨ ਵੀ ਲੈਂਦੇ ਨੇ, ਪਰ ਅਸੀਂ ਉਸ ਤਰ੍ਹਾਂ ਭੰਨਣਾ ਨਹੀਂ ਇਹਨੂੰ, ਅਸੀਂ ਇਹਨੂੰ ਖੋਲ੍ਹਣਾ ਹੈ। ਤੇ ਚੋਰ ਜੇ ਭੰਨਦੇ ਨੇ ਤੇ ਉਹ ਫੜੇ ਵੀ ਜਾਂਦੇ ਨੇ, ਖੋਲ੍ਹਣ ਵਾਲੇ ਕਦੇ ਫੜੇ ਨਹੀਂ ਜਾਂਦੇ, ਕਿਉਂਕਿ ਉਹ ਚਾਬੀ ਮਾਲਕ ਕੋਲ ਹੀ ਹੁੰਦੀ ਹੈ। ਉਹ ਚਾਬੀ ਗੁਰੂ ਦੇ ਕੋਲ ਹੈ। ਗੁਰੂ ਸਾਨੂੰ ਚਾਬੀ ਦੇਣਗੇ,
ਅਸੀਂ ਉਸ ਤਾਲੇ ਨੂੰ ਚਾਬੀ ਲਾਵਾਂਗੇ ਤੇ ਤਾਲਾ ਖੁੱਲ੍ਹ ਜਾਏਗਾ। ਤਾਲਾ ਖੁੱਲ੍ਹਣ ਨਾਲ ਦਰਵਾਜ਼ਾ ਖੁੱਲ੍ਹੇਗਾ, ਦਰਵਾਜ਼ਾ ਖੁੱਲ੍ਹਣ ਨਾਲ ਅੰਦਰ ਚਲੇ ਜਾਵਾਂਗੇ। ਸੋ ਆਪਾਂ ਗੁਰੂ ਦੇ ਕੋਲੋਂ ਚਾਬੀ ਪ੍ਰਾਪਤ ਕਰਨੀ ਹੈ। ਤੇ ਚਾਬੀ ਗੁਰੂ ਜੀ ਸਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਨੇ, ਨਾਮ ਸਿਮਰਨ ਹੀ ਇਸ ਤਾਲੇ ਨੂੰ ਖੋਲ੍ਹਣ ਵਾਲੀ ਚਾਬੀ ਹੈ। ਹੋਰ ਕੋਈ ਲੋਹੇ ਦੀ ਚਾਬੀ ਨਹੀਂ ਹੈਗੀ। ਨਾਮ ਸਿਮਰਨ ਕਰਨਾ, ਚੰਗੇ ਕਰਮ ਕਮਾਉਣੇ, ਧਰਮ ਦੀ ਕਿਰਤ ਕਰਨੀ, ਆਪਣੇ ਮਨ ਰੂਪ ਕੋਠੇ ਨੂੰ ਚੰਗਿਆਂ ਸ਼ੁਭ ਗੁਣਾਂ ਦੇ ਨਾਲ ਫਲੀਭੂਤ ਕਰਨਾ, ਬਸ ਇਹੋ ਹੀ ਚਾਬੀ ਹੈ ਇਸ ਤਾਲੇ ਨੂੰ ਖੋਲ੍ਹਣ ਦੀ। ਸੋ ਗੁਰੂ ਮਹਾਰਾਜ ਜੀ ਨੇ ਸ਼ਲੋਕ ਵਿੱਚ ਲਿਖਿਆ, ਗੁਰ ਕੁੰਜੀ ਗੁਰੂ ਕੋਲ ਚਾਬੀ ਏ ਪਾਹੂ ਨਿਵਲ। ਇਸ ਸਾਡੇ ਮਨ ਰੂਪ ਕੋਠੇ ਨੂੰ ਮਾਇਆ ਦੇ ਪ੍ਰਭਾਵ ਦਾ ਤਾਲਾ ਲੱਗਿਆ ਹੋਇਆ ਹੈ। ਮਨ ਕੋਠਾ ਆਪਾਂ ਸਮਝ ਲਿਆ, ਤਨ ਛੱਤ ਆਪਾਂ ਸਮਝ ਲਈਏ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ। ਉਗੜੈ ਤੋਂ ਭਾਵ ਇੱਥੇ ਖੁੱਲ੍ਹਣਾ। ਗੁਰੂ ਤੋਂ ਬਿਨਾ ਮਨ ਦਾ ਇਹ ਜਿਹੜਾ ਦਰਵਾਜ਼ਾ ਬੰਦ ਹੈ, ਜਿਸ ਨੂੰ 10ਵਾਂ ਦਰ ਕਹਿੰਦੇ ਜਾਂ ਤੀਸਰਾ ਨੇਤਰ ਕਹਿੰਦੇ, ਉਹ ਖੁੱਲ੍ਹ ਨਹੀਂ ਸਕਦਾ। ਅਵਰ ਨਾ ਕੁੰਜੀ ਹੱਥ, ਤੇ ਹੋਰ ਕਿਸੇ ਦੇ ਹੱਥ ਵਿੱਚ ਕੁੰਜੀ ਵੀ ਨਹੀਂ। ਤੁਸੀਂ ਮੁਲਕ ਦੇ ਪ੍ਰੈਜ਼ੀਡੈਂਟ ਨੂੰ ਜਾ ਕੇ ਮਿਲੋ, ਪ੍ਰਾਈਮ ਮਿਨਿਸਟਰ ਨੂੰ ਜਾ ਕੇ ਮਿਲੋ, ਤੇ ਉਹਨੂੰ ਆਖੋ ਕਿ ਸਾਨੂੰ ਚਾਬੀ ਦੇ, ਅਸੀਂ 10ਵਾਂ ਦਰ ਖੋਲ੍ਹਣਾ ਹੈ। ਉਹ ਪੁੱਛੇਗਾ ਕਿਹਦੀਆਂ ਗੱਲਾਂ ਕਰਦਾ ਹੈ, ਇਹੋ ਜਿਹੀ ਮੇਰੇ ਕੋਲ ਕੋਈ ਚਾਬੀ ਨਹੀਂ। ਯਾਨੀ ਵੱਡੇ ਤੋਂ ਵੱਡੇ ਵਿਅਕਤੀ ਕੋਲ ਵੀ ਇਸ ਦਰਵਾਜ਼ੇ ਨੂੰ ਖੋਲ੍ਹਣ ਦੀ ਚਾਬੀ ਨਹੀਂ। ਕੇਵਲ ਤੇ ਕੇਵਲ ਪਰਮੇਸ਼ਵਰ ਨੇ ਇਸ ਦਰ ਨੂੰ ਖੋਲ੍ਹਣ ਦੀ ਚਾਬੀ ਗੁਰੂ ਨੂੰ ਫੜਾਈ ਹੋਈ ਹੈ। ਸੋ ਅਸੀਂ ਗੁਰੂ ਦੇ ਕੋਲ ਜਾਣਾ ਹੈ ਤੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਣਾ ਹੈ। ਜਿਵੇਂ ਜਿਵੇਂ ਅਸੀਂ ਗੁਰੂ ਦੇ ਹੁਕਮ ਨੂੰ ਮੰਨਾਂਗੇ, ਤਿਵੇਂ ਤਿਵੇਂ ਗੁਰੂ ਚਾਬੀ ਸਾਨੂੰ ਦੇ ਦੇਵੇਗਾ ਤੇ ਅਸੀਂ ਉਹਨੂੰ ਲਾ ਕੇ, ਯਾਨੀ ਗੁਰੂ ਦਾ ਹੁਕਮ ਮੰਨਣਾ ਹੀ ਤਾਲੇ ਨੂੰ ਚਾਬੀ ਲਗਾਉਣਾ ਹੈ। ਇਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਹਾਂ। ਸੋ ਜੀ ਆਪਾਂ ਯਤਨ ਕਰੀਏ ਇਸ ਸਾਰੰਗ ਰਾਗ ਦੇ ਅੰਦਰ, ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਨੂੰ ਬੜੇ ਪਿਆਰ ਦੇ ਨਾਲ ਇਹ ਬਚਨ ਸਮਝਾ ਦਿੱਤੇ ਨੇ। ਅਸੀਂ ਕੋਸ਼ਿਸ਼ ਕਰੀਏ, ਇੱਕ ਤਾਂ ਗੁਰੂ ਬਾਣੀ ਨੂੰ ਆਪ ਪੜ੍ਹੀਏ, ਤਾਂ ਕਿ ਸਾਡੇ ਲਈ ਤੇ ਬਾਣੀ ਹੀ ਗੁਰੂ ਹੈ ਨਾ ਜੀ। ਮਹਾਰਾਜ ਨੇ ਲਿਖਿਆ ਬਾਣੀ ਵਿੱਚ, ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ। ਗੁਰੂ ਦੇ ਮੁਖ ਤੋਂ ਨਿਕਲਿਆ ਹੋਇਆ ਬਚਨ ਤੇ ਗੁਰੂ, ਇਹ ਦੋ ਨਹੀਂ ਹੁੰਦੇ, ਇੱਕੋ ਹੀ ਹੁੰਦੇ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਦੇ ਹਰ ਬਚਨ ਵਿੱਚ ਅੰਮ੍ਰਿਤ ਹੁੰਦਾ ਹੈ। ਗੁਰੂ ਦਾ ਇੱਕ ਵੀ ਬਚਨ ਇਹੋ ਜਿਹਾ ਨਹੀਂ ਹੁੰਦਾ ਜਿਹਦੇ ਵਿੱਚ ਅੰਮ੍ਰਿਤ ਨਾ ਹੋਵੇ। ਤੇ ਅੰਮ੍ਰਿਤ ਕੀ ਹੁੰਦਾ ਹੈ? ਅੰਮ੍ਰਿਤ ਪੀਵੈ ਅਮਰ ਸੋ ਹੋਏ। ਜਿਹੜਾ ਉਸ ਅੰਮ੍ਰਿਤ ਨੂੰ ਪੀ ਲਵੇ, ਭਾਵ ਅਪਣਾ ਲਵੇ ਜ਼ਿੰਦਗੀ ਵਿੱਚ, ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਵੇ, ਉਹ ਬੰਦਾ ਅਮਰ ਹੋ ਜਾਂਦਾ ਹੈ। ਯਾਨੀ ਉਹਦੀ ਫਿਰ ਆਤਮਕ ਮੌਤ ਕਦੇ ਨਹੀਂ ਹੁੰਦੀ। ਸੋ ਆਪਾਂ ਕੋਸ਼ਿਸ਼ ਕਰੀਏ, ਬਾਣੀ ਗੁਰੂ ਨੂੰ ਆਪ ਪੜ੍ਹੀਏ, ਵਿਚਾਰੀਏ, ਸਮਝੀਏ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਗੁਰੂ ਜੋ ਬਚਨ ਆਖਦਾ ਹੈ ਤੇ ਉਸ ਦਾ ਸੇਵਕ ਉਹਨਾਂ ਬਚਨਾਂ ਨੂੰ ਮੰਨ ਲੈਂਦਾ ਹੈ। ਪ੍ਰਤੱਖ ਗੁਰੂ ਨਿਸਤਾਰੇ, ਪ੍ਰਗਟ ਜ਼ਾਹਰਾ ਤੌਰ ਤੇ ਗੁਰੂ ਉਸ ਜੀਵ ਦਾ ਭਲਾ ਕਰ ਦਿੰਦਾ ਹੈ। ਯਾਨੀ ਉਹਨਾਂ ਬਚਨਾਂ ਦੁਆਰਾ ਮਨੁੱਖ ਅਮਰਤਾ ਨੂੰ, ਅਮਰਤਾ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਜੀ, ਨਾਮ ਸਿਮਰਨ ਕਰਿਆ ਕਰੀਏ, ਬਾਣੀ ਦਾ ਅਭਿਆਸ ਆਪ ਕਰਿਆ ਕਰੀਏ। ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਇਹ ਜਿਹੜਾ 10ਵਾਂ ਦਰ ਰੂਪੀ ਘਰ ਹੈ, ਦਰਵਾਜ਼ਾ ਹੈ, ਇਹ ਖੁੱਲ੍ਹ ਜਾਏਗਾ। ਜਿਵੇਂ ਹੀ ਇਹ ਖੁੱਲ੍ਹੇਗਾ, ਅਸੀਂ ਅੰਦਰ ਪਾਵਾਂਗੇ ਪਰਮੇਸ਼ਵਰ ਦਾ ਦੀਦਾਰ। ਪਰਮੇਸ਼ਵਰ ਦਾ ਦੀਦਾਰ ਹੋਣ ਦੇ ਨਾਲ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣ ਜਾਏਗਾ। ਸੋ ਅੱਜ ਆਪਾਂ ਇੱਥੇ ਵਿਚਾਰ ਅੱਜ ਦੀ ਸਮਾਪਤ ਕਰਦੇ ਹਾਂ।
ਆਉਣ ਵਾਲੇ ਸਮੇਂ 'ਚ ਅਗਲੀ ਵਿਚਾਰ ਇਸੇ ਜਗ੍ਹਾ ਤੋਂ ਪ੍ਰਾਰੰਭ ਕਰਕੇ ਫਿਰ ਜਿੱਥੋਂ ਤੱਕ ਆਪਾਂ ਕਰ ਸਕੇ ਕਰਨ ਦੀ ਕੋਸ਼ਿਸ਼ ਕਰਾਂਗੇ। ਆਪ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਬੈਠ ਕੇ ਗੁਰੂ ਕੀ ਬਾਣੀ ਦੀ ਵਿਚਾਰ ਸੁਣੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰੇ ਪਾਸੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।